ਸਤਿ ਸ਼੍ਰੀ ਅਕਾਲ ਜੀ, ਮੈਂ ਸੁਮਨ ਰੂਪ ਰਾਏ ਤੇ ਤੁਸੀਂ ਸਾਰੇ ਦੇਖ ਰਹੇ ਹੋ ਪੰਜ ਤਰ੍ਹਾਂ ਚੈਨਲ ਤੇ ਸਾਡਾ ਪ੍ਰੋਗਰਾਮ ਹੈ ਚੱਜ ਦੀਆਂ ਗੱਲਾਂ ਵਿਦ ਜੋਲੀ ਅੰਕਲ। ਚੱਜ ਦੀਆਂ ਗੱਲਾਂ ਵਿੱਚ ਅਸੀਂ ਲਾਸਟ ਸੈਸ਼ਨ ਵਿੱਚ ਡਿਸਕਸ ਕੀਤਾ ਸੀਗਾ ਕਿ ਇੰਸਪੀਰੇਸ਼ਨਲ ਸਟੋਰੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਕਿੱਦਾਂ ਇੰਸਪਾਇਰ ਆਪਣੇ ਆਪ ਨੂੰ ਕੀਤਾ ਜਾ ਸਕਦਾ ਜਾਂ ਕਿਵੇਂ ਕਿਸੇ ਤੋਂ ਤੁਸੀਂ ਇੰਸਪੀਰੇਸ਼ਨ ਲੈ ਸਕਦੇ ਆ। ਬਟ ਇੰਸਪੀਰੇਸ਼ਨ ਵੀ ਉਦੋਂ ਹੀ ਕੰਮ ਕਰੇਗੀ ਜਦੋਂ ਸਾਡੇ 'ਚ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ ਜਾਂ ਕੁਛ ਕੌਨਫੀਡੈਂਸ ਹੋਊਗਾ ਤਾਂ ਸਾਨੂੰ ਆਪਣੇ ਆਪ ਵਿੱਚ ਕੌਨਫੀਡੈਂਸ ਵੀ ਬਿਲਟ ਅਪ ਕਰਨਾ ਪੈਣਾ। ਸੋ ਅੱਜ ਜੋਲੀ ਅੰਕਲ ਦੱਸਣਗੇ ਕਿ ਕੌਨਫੀਡੈਂਸ ਅਸੀਂ ਆਪਣੇ ਆਪ ਵਿੱਚ ਕਿਵੇਂ ਲੈ ਕੇ ਆ ਸਕਦੇ ਹਾਂ ਤੇ ਕਿੱਦਾਂ ਬਿਲਡ ਕੀਤਾ ਜਾ ਸਕਦਾ ਹੈ ਜਾਂ ਓਵਰ ਕੌਨਫੀਡੈਂਸ ਤੋਂ ਵੀ ਕਿੱਦਾਂ ਬਚਿਆ ਜਾ ਸਕਦਾ। ਸੋ ਲੈਟਸ ਵੈਲਕਮ ਜੋਲੀ ਅੰਕਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਜੀ। ਵਧੀਆ, ਬਿਲਕੁਲ ਹਾਂਜੀ ਪਹਿਲਾਂ ਨਾਲੋਂ ਵਧੀਆ। ਪਹਿਲਾਂ ਨਾਲੋਂ ਵਧੀਆ। ਪਹਿਲਾਂ ਸੋ ਨਾਲੋਂ ਆਪਾਂ ਇੰਸਪੀਰੇਸ਼ਨਲ ਸਟੋਰੀ ਲਾਸਟ ਟਾਈਮ ਸ਼ੇਅਰ ਕੀਤੀ ਸੀ ਕਿ ਇੰਸਪੀਰੇਸ਼ਨ ਕਿੱਦਾਂ ਲੈ ਸਕਦੇ ਹਾਂ ਨਾ ਅਸੀਂ। ਤੋ ਜੀ ਇੰਸਪੀਰੇਸ਼ਨ ਵੀ ਉਦੋਂ ਹੀ ਕੰਮ ਕਰੇਗਾ ਕਿ ਜਦੋਂ ਸਾਡੇ 'ਚ ਕੌਨਫੀਡੈਂਸ ਹੋਊਗਾ ਉਹਨੂੰ ਇੰਪਲੀਮੈਂਟੇਸ਼ਨ ਦੇਣ ਲਈ, ਹੈ ਨਾ। ਜੀ। ਕੌਨਫੀਡੈਂਸ ਤੁਹਾਨੂੰ ਕੀ ਲੱਗਦਾ ਹੈ ਕਿ ਕੌਨਫੀਡੈਂਸ ਕਿੱਦਾਂ ਆ ਸਕਦਾ ਹੈ ਜਾਂ ਕਈ ਵਾਰੀ ਕਈ ਲੋਕ ਓਵਰ ਕੌਨਫੀਡੈਂਸ ਵੀ ਹੋ ਜਾਂਦੇ ਹੈ ਨਾ, ਤੇ ਉਹ ਤੋਂ ਵੀ ਕਿੱਦਾਂ ਬਚਿਆ ਜਾ ਸਕਦਾ, ਤਾਂ ਇਹਦੇ ਬਾਰੇ 'ਚ ਦੱਸੋ ਅੱਜ ਸਾਨੂੰ ਤੁਸੀਂ। ਕੌਨਫੀਡੈਂਸ, ਆਤਮ ਵਿਸ਼ਵਾਸ, ਆਪਣੇ ਆਪ ਉੱਤੇ ਵਿਸ਼ਵਾਸ, ਹਾਂਜੀ ਇਹ ਉਹ ਚੀਜ਼ਾਂ ਨੇ, ਉਹ ਗੱਲਾਂ ਨੇ ਜੇ ਸਾਡੇ ਕੋਲ ਆਪਣੇ ਅੰਦਰ ਇਹ ਡਿਵੈਲਪ ਹੋ ਜਾਣ ਤੇ ਅਸੀਂ ਆਪਣੀ ਜ਼ਿੰਦਗੀ ਦੀ ਅੱਧੀ ਜੰਗ ਬੜੀ ਈਜ਼ੀਲੀ ਜਿੱਤ ਲੈਂਦੇ ਹਾਂ। ਕਿਸੇ ਵੀ ਫੀਲਡ ਵਿੱਚ ਪੜ੍ਹਾਈ ਤੋਂ ਲੈ ਕੇ ਜੌਬ ਕਰਨੀ ਹੋਏ, ਬਿਜ਼ਨਸ ਕਰਨਾ ਹੋਏ ਜਾਂ ਮੀਡੀਆ ਲਾਈਨ ਵਿੱਚ ਅਸੀਂ ਜਾਂ ਪੋਲੀਟਿਕਸ ਦੇ ਵਿੱਚ ਕੋਈ ਸਾਡਾ ਵੱਡਾ ਗੋਲ ਹੈਗਾ, ਉਹ ਤਾਂ ਹੀ ਅਸੀਂ ਅਚੀਵ ਕਰ ਸਕਦੇ ਹਾਂ ਜਦੋਂ ਸਾਨੂੰ ਸਭ ਤੋਂ ਪਹਿਲੇ ਆਪਣੇ ਉੱਤੇ ਵਿਸ਼ਵਾਸ ਹੋਏ, ਆਪਣੇ ਉੱਤੇ ਕੌਨਫੀਡੈਂਸ ਹੋਏ। ਕੌਨਫੀਡੈਂਸ ਦੀ ਗੱਲ ਤੇ ਹੁਣ ਬਹੁਤ ਲੋਕੀ ਕਰਦੇ ਨੇ ਜੀ, ਕੌਨਫੀਡੈਂਸ ਹੋਣਾ ਚਾਹੀਦਾ, ਕੌਨਫੀਡੈਂਸ ਰੱਖਣਾ ਚਾਹੀਦਾ, ਲੇਕਿਨ ਕੌਨਫੀਡੈਂਸ ਕਿੱਦਾਂ ਰੱਖਣਾ ਚਾਹੀਦਾ ਇਸ ਬਾਰੇ ਕੋਈ ਨਹੀਂ ਗੱਲ ਕਰਦਾ। ਹਮੇਸ਼ਾ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਉਹਦੀ ਜੜ ਤੱਕ ਪਹੁੰਚੀਏ, ਜਿਸ ਟੌਪਿਕ ਨੂੰ ਅਸੀਂ ਸਮਝਣਾ, ਸਮਝਾਣਾ ਹੈ ਔਰ ਲਾਈਫ ਵਿੱਚ ਉਸ ਨੂੰ ਯੂਜ਼ ਕਰਨਾ ਹੈ। ਤੇ ਕੌਨਫੀਡੈਂਸ ਡਿਵੈਲਪ ਕਿੱਦਾਂ ਕਰਨਾ ਹੈ ਉਹ ਡਿਪੈਂਡ ਕਰਦਾ ਹੈ ਸਭ ਤੋਂ ਪਹਿਲੇ ਸਾਡੇ ਨਜ਼ਰੀਏ ਦੇ ਉੱਤੇ ਕਿ ਸਾਡਾ ਐਟੀਟਿਊਡ ਕੀ ਹੈ। ਮੇਰੇ ਕੋਲ ਪਰਸੋਂ ਇੱਥੇ ਇੱਕ ਸੱਜਣ ਆਏ ਹੋਏ ਸੀ, ਉਹਨਾਂ ਦੇ ਮੈਂ ਸਾਈਨ ਠੀਕ ਕਰਨੇ ਸੀ, ਉਹ ਤਕਰੀਬਨ 50 ਸਾਲ ਦੇ ਸੀ। ਉਹਨਾਂ ਦਾ ਚੰਗਾ ਬਿਜ਼ਨਸ ਹੈ ਤੇ 3 ਸ਼ੋਰੂਮ ਹੈਗੇ ਆਪਣੇ, ਲੇਕਿਨ ਮੈਂ ਉਹਨਾਂ ਦੇ ਸਾਈਨ ਦੇਖੇ ਤੇ ਕਿਉਂਕਿ ਮੇਰੀ ਆਦਤ ਹੈ, ਮੇਰੀ ਜੋ ਵੀ ਗੱਲ ਹੁੰਦੀ ਮੈਂ ਸਾਫ਼ ਇੱਕਦਮ ਕਹਿ ਦੇਣਾ, ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਅੰਦਰ ਮੈਨੂੰ ਕੌਨਫੀਡੈਂਸ ਦੀ ਕਮੀ ਲੱਗ ਰਹੀ ਹੈ। ਫਾਈਨੈਂਸ਼ੀਅਲੀ ਬੜੇ ਸਟਰੋਂਗ, ਅੱਛੀ ਵੱਡੀ ਗੱਡੀ ਤੇ ਆਏ, ਮਤਲਬ ਕਿ ਇੰਨੀ ਗੱਲ ਕਹਿਣ ਲਈ ਵੀ ਮੈਨੂੰ ਸੋਚਣਾ ਪਿਆ 1 ਮਿੰਟ, ਲੇਕਿਨ ਹੁਣ ਜਦੋਂ ਮੈਨੂੰ ਸਾਹਮਣੇ ਨਜ਼ਰ ਆ ਰਿਹਾ ਤੇ ਮੈਨੂੰ ਕਹਿਣਾ ਪਿਆ। ਤੇ ਮੈਂ ਕਿਹਾ ਤੁਹਾਡੇ ਅੰਦਰ ਨਾ ਜਿੰਨਾ ਕੌਨਫੀਡੈਂਸ ਹੋਣਾ ਚਾਹੀਦਾ ਹੈ ਉਹਨਾਂ ਦਿਖਾਈ ਨਹੀਂ ਦੇ ਰਿਹਾ। कहता एक्चुअली ना मेरे पापा ने ये बिजनेस शुरू किया था, अब तो वो आते नहीं शोरूम पे हमारे, लेकिन मुझे यही डर रहता है कि शाम को जाऊंगा तो वो पूछेंगे कि आज उसका क्या हुआ, उसका क्या हुआ, तो मैं खुल के काम नहीं कर पाता। मैं कि तुसी आज 50 साल दे हो गए हो, ਅੱਜ ਵੀ ਤੁਹਾਨੂੰ ਆਪਣੇ ਉੱਤੇ ਕੌਨਫੀਡੈਂਸ ਕਿਉਂ ਨਹੀਂ ਕਿ ਤੁਸੀਂ ਜੋ ਕੁਝ ਕਰੋਗੇ ਉਹ ਠੀਕ ਹੋਏਗਾ। ਜੇ ਸਾਰੇ ਡਿਸੀਜਨ ਠੀਕ ਨਹੀਂ ਹੁੰਦੇ ਤੇ ਜੇ ਕੁਝ ਗਲਤੀ ਵੀ ਰਹੇਗੀ ਤੇ ਅਸੀਂ ਉਸ ਨੂੰ ਠੀਕ ਕਿਵੇਂ ਕਰ ਸਕਦੇ ਹਾਂ। ਕਹਿੰਦਾ ਪਰ ਪਾਪਾ ਸੇ ਡਰ ਲੱਗਦਾ ਹੈ। ਮੈਂ ਕਿ ਉਹਦੀ ਸਿੰਪਲ ਇੱਕ ਥਿਊਰੀ ਹੈਗੀ ਕਿ ਜਾਂ ਤੇ ਪਾਪਾ ਨੂੰ ਜਾ ਕੇ ਤੁਸੀਂ ਕਨਵਿੰਸ ਕਰ ਦਿਓ ਕਿ ਮੈਂ ਕੀਤਾ ਤੇ ਇਹ ਕਿਉਂ ਕੀਤਾ, ਇਹਦਾ ਮੈਨੂੰ ਕੀ ਬੈਨੀਫਿਟ ਹੋਏਗਾ, ਜਾਂ ਜੋ ਕੁਝ ਪਾਪਾ ਸਮਝਾਉਂਦੇ ਨੇ ਉਹਨਾਂ ਦੀ ਗੱਲ ਨਾਲ ਕਨਵਿੰਸ ਹੋ ਜਾਓ। ਲੇਕਿਨ ਡਰਨ ਦੀ ਲੋੜ ਨਹੀਂ, ਜਦ ਤੱਕ ਮਨ ਵਿੱਚ ਡਰ ਹੈਗਾ ਸਾਡਾ ਕੌਨਫੀਡੈਂਸ ਡਿਵੈਲਪ ਹੋ ਹੀ ਨਹੀਂ ਸਕਦਾ ਹੈਗਾ। ਤੇ ਸਭ ਤੋਂ ਪਹਿਲੇ ਜਿਹੜੀ ਚੀਜ਼ ਤੋਂ ਸਾਨੂੰ ਡਰ ਲੱਗਦਾ ਹੈਗਾ ਉਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰਨਾ ਪਏਗਾ। ਬਚਪਨ ਵਿੱਚ ਅਸੀਂ ਸਾਈਕਲ ਚਲਾਣੀ ਸਿੱਖੀ, ਸਕੂਟਰ ਚਲਾਣਾ ਸਿੱਖਿਆ, ਕਾਰ ਚਲਾਣੀ ਸਿੱਖੀ ਤੇ ਡਰ ਡਰ ਕੇ ਚਲਾਉਂਦੇ ਸੀ। ਜ਼ਿਆਦਾ ਡਰਦੇ ਸੀ ਫਿਰ ਗਿਰ ਜਾਂਦੇ ਸੀਗੇ।
ਜਿੰਨਾ ਜ਼ਿਆਦਾ ਡਰਾਂਗੇ ਉਨਾ ਗਿਰਾਂਗੇ। ਗਿਰਦੇ ਉਹਨਾਂ ਦੀ। ਜਦੋਂ ਕੌਨਫੀਡੈਂਸ ਆਉਂਦਾ ਹੈ, ਹੁਣ ਤੁਸੀਂ ਗੱਡੀ ਚਲਾਉਂਦੇ ਹੋ, ਮਿਊਜ਼ਿਕ ਵੀ ਸੁਣਦੇ ਹੋ, ਨਾਲ ਬੈਠਾ ਬੰਦਾ ਉਹਦੇ ਨਾਲ ਗੱਲਾਂ ਵੀ ਕਰ ਰਹੇ ਹੋ, ਰਸਤੇ 'ਚ ਕੋਈ ਨਵਾਂ ਬੋਰਡ ਲੱਗਾ ਹੈ, ਕੋਈ ਮਾਲ ਬਿਲਡਿੰਗ ਨਵੀਂ ਬਣੀ, ਉੱਥੇ ਵੀ ਧਿਆਨ ਜਾਂਦਾ ਹੈ। ਰੈੱਡ ਲਾਈਟ ਦਾ ਵੀ ਧਿਆਨ ਰੱਖੀਦਾ, ਕੋਈ ਆ ਤੇ ਨਹੀਂ ਰਿਹਾ ਹੈਗਾ। ਹਾਂਜੀ। ਸਪੀਡ ਮੀਟਰ ਦਾ ਵੀ ਧਿਆਨ ਰੱਖੀਦਾ ਵੀ ਚਲਾਨ ਨਾ ਹੋ ਜਾਏ ਤੁਹਾਡੇ ਉੱਥੇ, ਤਾਂ ਫਟਾਫਟ ਚਲਾਨ ਹੋ ਆਟੋਮੈਟਿਕ ਹੀ ਫੋਟੋ ਖਿੱਚ ਕੇ ਤੇ ਭੇਜ ਦਿੰਦੇ ਚਲਾਨ ਦੇ। ਤੇ ਮੀਨਸ ਕਿ ਵੀ ਮਾਈਂਡ ਸਾਰੇ ਪਾਸੇ ਕੰਮ ਕਰਦਾ ਹੈ। ਕਿਉਂ ਕਰਦਾ ਹੈਗਾ? ਕਿਉਂਕਿ ਸਾਡੇ ਅੰਦਰ ਹੁਣ ਕੌਨਫੀਡੈਂਸ ਆ ਗਿਆ ਕਿ ਮੈਂ ਸਾਰਾ ਕੁਝ ਕਰ ਸਕਦਾ ਹੈ। ਗੱਡੀ ਚਲਾ ਸਕਦੇ ਹਾਂ। ਹੁਣ ਉਹ ਇੱਕ ਲੇਡੀ ਗਈ ਨਾ ਗੱਡੀ ਸਿੱਖਣ ਲਈ, ਤੇ ਉਹਨੇ ਜਿਹੜਾ ਟ੍ਰੇਨਰ ਸੀ ਉਹਨੇ ਕਿਹਾ ਜੀ ਇਹ ਸਟੀਅਰਿੰਗ ਹੈਗਾ। ਕਹਿੰਦੀ ਇਹ ਕਿਸ ਲਈ ਹੈਗਾ? ਵੀ ਗੱਡੀ ਸਿੱਖਣ ਆਈ, ਬੇਸਿਕ ਚੀਜ਼ਾਂ ਤਾਂ ਸਮਝੋ ਵੀ ਸਟੀਅਰਿੰਗ ਕਿਸ ਲਈ ਹੁੰਦਾ ਗੱਡੀ ਦੇ ਵਿੱਚ। ਫਿਰ ਉਹਨੇ ਕਿਹਾ ਜੀ ਇਹ ਨੀਚੇ ਐਕਸੀਲੇਟਰ ਹੈ। ਇਹ ਕਿਉਂ ਲਗਾਇਆ? ਕਹਿੰਦਾ ਜੀ ਇਹ ਤੁਹਾਡਾ ਪੈਡੀਕਿਉਰ ਕਰੇਗਾ। ਗੱਡੀ ਚ ਲਗਾਇਆ ਤੇ ਗੱਡੀ ਚਲਾਉਣ ਲਈ ਹੈਗਾ, ਕੋਈ ਪੈਡੀਕਿਉਰ ਮੈਨੀਕਿਉਰ ਥੋੜਾ ਕਰਨਾ ਉਹਨੇ ਤੁਹਾਡਾ। ਇਹ ਕਿਉਂ ਲਗਾਇਆ? ਫਿਰ ਉਹਨੇ ਕਿਹਾ ਜੀ ਇਹ ਐਕਸੀਲੇਟਰ ਹੈ, ਬ੍ਰੇਕ ਹੈਗੀ, ਇਹ ਕਲਚ ਹੈਗਾ, ਇਹ ਸਟੇ। ਕਹਿੰਦੀ ਮੈਂ ਇੰਨੀ ਚੀਜ਼ਾਂ ਦੇ ਉੱਤੇ ਇੱਕ ਵਾਰੀ ਨਹੀਂ ਫੋਕਸ ਕਰ ਸਕਦੀ, ਮੈਂ ਐਟ ਏ ਟਾਈਮ ਇੱਕ ਚੀਜ਼ ਤੇ ਫੋਕਸ ਕਰ ਸਕਦੀ ਵੀ ਮੈਂ ਸਟੀਅਰਿੰਗ ਵੀ ਸੰਭਾਲਾਂ, ਮੈਂ ਨੀਚੇ ਵੀ ਧਿਆਨ ਰੱਖਾਂ, ਇੰਨੇ ਗੱਲੇ ਨਹੀਂ। ਉਹ ਕਹਿੰਦਾ ਜੇ ਗੱਡੀ ਚਲਾਣੀ ਹੈ, ਸਿੱਖਣੀ ਹੈ, ਤੇ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਣੀਆਂ, ਔਰ ਥੋੜੇ ਦਿਨਾਂ ਦੇ ਅੰਦਰ ਅੰਦਰ ਤੁਸੀਂ ਇਹਦੇ ਮਾਸਟਰ ਹੋ ਜਾਓਗੇ। ਤੇ ਇਹ ਡਰ ਪਹਿਲੇ ਦਿਨ ਤੋਂ ਕਿ ਵੀ ਮੈਂ ਇੰਨੇ ਸਾਰੇ ਕੰਮ ਕਿਵੇਂ ਕਰ ਸਕਦਾ, ਉਹ ਡਰ ਸਾਨੂੰ ਕਦੀ ਵੀ ਗੱਡੀ ਚਲਾਉਣ ਲਈ ਤਿਆਰ ਹੋਣ ਹੀ ਨਹੀਂ ਦੇਗਾ। ਸਾਡਾ ਦਿਮਾਗ ਸਾਨੂੰ ਅਲਾਉ ਹੀ ਨਹੀਂ ਕਰੇਗਾ ਕਿ ਅਸੀਂ ਉਸ ਚੀਜ਼ ਨੂੰ ਕਰ ਸਕੀਏ। ਇਸ ਕਰਕੇ ਆਪਣਾ ਐਟੀਟਿਊਡ, ਨਜ਼ਰੀਆ ਪਹਿਲੇ ਤੇ ਬਣਾਉਣ ਦੀ ਲੋੜ ਹੈ ਕਿ ਹਾਂ ਮੈਂ ਇਹ ਕੰਮ ਕਰਨਾ ਹੈ, ਮੈਂ ਕਰ ਸਕਦਾ, ਮੈਂ ਕਰਕੇ ਦਿਖਾਵਾਂਗਾ। ਜਿਸ ਵਕਤ ਇਹ ਐਟੀਟਿਊਡ ਸਾਡੇ ਆ ਜਾਏਗਾ, ਇਹ ਸਾਡੇ ਬਿਲੀਫ ਸਿਸਟਮ ਵਿੱਚ ਆ ਜਾਂਦਾ ਹੈ, ਔਰ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ, ਫਿਰ ਜਿਹੜੀ ਬਿਗਨਿੰਗ ਹੁੰਦੀ ਹੈ ਉਹਦੀ ਬਸ ਡਰ ਹੁੰਦਾ ਹੈ। ਪਹਿਲਾ ਕਦਮ, ਬੱਚਾ ਵੀ ਜਦੋਂ ਪਹਿਲਾ ਕਦਮ ਚੱਲਦਾ ਹੈ ਤੇ ਖੜੇ ਹੁੰਦੇ ਹੀ ਗਿਰਦਾ ਹੈ, ਦੂਜੀ ਵਾਰੀ ਉੱਠਦਾ ਫਿਰ ਗਿਰਦਾ ਹੈ, ਲੇਕਿਨ ਹੌਲੀ ਹੌਲੀ ਉਸ ਤੋਂ ਬਾਅਦ ਸਾਰਾ ਦਿਨ ਦੌੜਦਾ, ਫਿਰ ਘਰ ਦੇ ਕਹਿੰਦੇ ਬਸ ਰੁਕ ਜਾ ਭਾਈ ਹੁਣ। ਸਹੀ ਆ, ਠੀਕ ਹੈ ਨਾ। ਇਸੇ ਤਰ੍ਹਾਂ ਜਦੋਂ ਬੋਲਣਾ ਸ਼ੁਰੂ ਕਰਦਾ ਹੈ ਤੇ ਬੋਲਦਾ ਨਹੀਂ ਜੀ, ਬੋਲਦਾ ਨਹੀਂ, ਬੱਚਾ ਬੋਲਦਾ ਨਹੀਂ, ਲੇਕਿਨ ਜਦੋਂ ਬੋਲਣਾ ਸ਼ੁਰੂ ਕਰਦਾ ਫਿਰ ਕਹਿੰਦਾ ਯਾਰ ਚੁੱਪ ਕਰ ਜਾ ਹੁਣ। ਤੇ ਮੇਨ ਚੀਜ਼ ਹੈਗੀ ਕਿ ਅਸੀਂ ਪਹਿਲਾ ਸਟੈਪ ਜਦੋਂ ਐਕਸ਼ਨ ਸ਼ੁਰੂ ਕਰਦੇ ਹੈਗੇ, ਗੱਲ ਨੂੰ ਅਸੀਂ ਸਮਝ ਲਿਆ, ਸਿੱਖ ਲਿਆ, ਇੰਸਪਾਇਰੇਸ਼ਨ ਅਸੀਂ ਪਿਛਲੀ ਵਾਰੀ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਨਵੇਂ ਬਣੇ ਨੇ ਉਹਨਾਂ ਦੇ ਰੈਫਰੈਂਸ, ਉਹਨਾਂ ਦੀ ਜ਼ਿੰਦਗੀ ਤੋਂ ਅਸੀਂ ਡਿਸਕਸ ਕੀਤਾ ਸੀ। ਬਹੁਤ ਵੱਡੀ ਇੰਸਪਾਇਰੇਸ਼ਨ ਹੈਗੀ। ਹੁਣ ਉਹਦੇ ਨਾਲ ਜੇ ਕੌਨਫੀਡੈਂਸ ਸਾਡਾ ਡਿਵੈਲਪ ਹੋ ਜਾਂਦਾ ਹੈ, ਅਸੀਂ ਆਪਣੇ ਅੰਦਰ ਨੂੰ ਡਰ ਖਤਮ ਕਰ ਦਿੰਦੇ ਹੈਗੇ ਆ ਤੇ ਔਰ ਐਕਸ਼ਨ ਸ਼ੁਰੂ ਕਰ ਦਿੰਦੇ ਹਾਂ। ਜਿਹੜਾ ਪਹਿਲਾ ਕਦਮ ਹੈਗਾ, ਹੁਣ ਚਾਹੇ ਅਸੀਂ ਮਾਊਂਟ ਐਵਰੈਸਟ ਤੱਕ ਜਾਣਾ ਹੈ, ਪਰ ਤਾਂ ਹੀ ਹੈ ਜਦੋਂ ਅਸੀਂ ਘਰੋਂ ਨਿਕਲਾਂਗੇ। ਘਰ ਬੈਠੇ ਜਿੰਨੀ ਮਰਜ਼ੀ ਕਿਤਾਬਾਂ ਪੜ੍ਹ ਲਈਏ, ਜਿੰਨੀ ਮਰਜ਼ੀ ਪਲੈਨਿੰਗ ਕਰ ਲਈਏ, ਜਿੰਨੀ ਮਰਜ਼ੀ ਇੰਸਪਾਇਰੇਸ਼ਨ ਲੈ ਲਈਏ ਕਿ ਪਹਿਲਾਂ ਕੌਣ ਗਿਆ ਸੀ, ਸਭ ਤੋਂ ਛੋਟਾ ਬੱਚਾ ਕੌਣ ਗਿਆ ਹੈਗਾ, ਕਈਆਂ ਦੇ ਕਈ ਹੈਂਡੀਕੈਪ ਹੈਗੇ ਨੇ ਜਿਨ੍ਹਾਂ ਦੇ ਪੈਰ ਨਹੀਂ, ਉਹ ਵੀ ਪਹੁੰਚੇ ਨੇ ਮਾਊਂਟ ਐਵਰੈਸਟ ਤੱਕ। ਲੇਕਿਨ ਉਹ ਤਾਂ ਹੈਲਪ ਕਰਨਗੇ, ਉਹਨਾਂ ਦਾ ਕੌਨਫੀਡੈਂਸ ਸਾਨੂੰ ਤਾਂ ਹੈਲਪ ਕਰੇਗਾ ਜਦੋਂ ਅਸੀਂ ਆਪ ਉਹਦੇ ਤੇ ਐਕਸ਼ਨ ਸ਼ੁਰੂ ਕਰਾਂਗੇ। ਤੇ ਇਸ ਕਰਕੇ ਐਕਸ਼ਨ ਲੈਣਾ ਬਹੁਤ ਜ਼ਰੂਰੀ ਹੈਗਾ। ਉਸ ਤੋਂ ਬਾਅਦ ਜਿਹੜੀ ਇੱਕ ਮੈਂ ਮੇਨ ਚੀਜ਼ ਕਹਿਣਾ ਚਾਹਾਂਗਾ, ਜੰਗਲ ਦੇ ਵਿੱਚ ਜਿੱਦਾਂ ਹੁਣ ਸ਼ੇਰ ਹੁੰਦਾ ਹੈ, ਉਹ ਰਾਜਾ ਹੈਗਾ। ਹੁਣ ਰਾਜਾ ਹਜ਼ਾਰਾਂ ਲੱਖਾਂ ਸਾਲ ਤੋਂ ਜਿਹੜਾ ਹੈ ਉਹ ਸ਼ੇਰ ਹੀ ਬਣਿਆ ਹੋਇਆ ਹੈ। ਉਸ ਤੋਂ ਵੱਡੇ ਜਾਨਵਰ ਵੀ ਹੈਗੇ ਨੇ, ਹਾਥੀ ਹੈਗਾ, ਊਂਠ ਹੈਗਾ, ਜਿਰਾਫ ਹੈਗਾ। ਉਸ ਤੋਂ ਸੋਹਣੇ ਵੀ ਬਹੁਤ ਹੈਗੇ ਨੇ, ਉਸ ਤੋਂ ਚਲਾਕ ਵੀ ਬਹੁਤ ਹੈਗੇ ਨੇ। ਸ਼ੇਰ ਤੇ ਸੁਸਤ ਬੜਾ ਹੁੰਦਾ ਹੈ ਤੇ ਤਕਰੀਬਨ 20-22 ਘੰਟੇ ਸੌਂਦਾ ਵੀ ਹੈਗਾ, ਫਿਰ ਵੀ ਰਾਜਾ ਬਣਿਆ ਹੋਇਆ ਹੈ। ਕਿਉਂ? ਉਹਦੇ ਅੰਦਰ ਜਿਹੜੀ ਹਿੰਮਤ ਹੈਗੀ ਹੈ, ਇੱਕ ਵਾਰੀ ਵੀ ਜਿਸ ਸ਼ਿਕਾਰ ਦੇ ਪਿੱਛੇ ਮੈਂ ਲੱਗ ਗਿਆ ਉਹਨੂੰ ਛੱਡਣਾ ਨਹੀਂ ਹੈਗਾ, ਕਿਉਂਕਿ ਜੇ ਉਹ ਸ਼ਿਕਾਰ ਨੂੰ ਛੱਡ ਦਿੰਦਾ ਤੇ ਸ਼ਾਮੀ ਭੁੱਖਾ ਮਰੇਗਾ। ਉਹ ਜਿਹੜਾ ਇੱਕ ਕੌਨਫੀਡੈਂਸ ਉਹਦੇ ਅੰਦਰ ਹੈਗਾ, ਉਸ ਇੱਕ ਕੁਆਲਿਟੀ ਨੇ ਉਸ ਨੂੰ ਜੰਗਲ ਦਾ ਰਾਜਾ ਬਣਾਇਆ ਹੈ। ਜੇ ਅਸੀਂ ਵੀ ਆਪਣੇ ਆਪ ਨੂੰ
ਦੂਜਿਆਂ ਤੋਂ ਉੱਪਰ ਉੱਠ ਕੇ ਇੱਕ ਵੱਡਾ ਸਟੇਟਸ ਅਚੀਵ ਕਰਨਾ ਹੈਗਾ, ਤੇ ਸਾਨੂੰ ਸ਼ੇਰ ਵਾਲੀਆਂ ਕੁਆਲਿਟੀਆਂ ਆਪਣੇ ਅੰਦਰ ਪੈਦਾ ਕਰਨ ਦੀ ਲੋੜ ਹੈ। ਸਹੀ ਸਿਰਫ ਸਾਈਜ਼ ਵੱਡਾ, ਹਾਥੀ ਹੁਣ ਬਹੁਤ ਵੱਡਾ ਹੈ, ਹਾਥੀ ਹੁਣ ਇੱਥੇ ਇੱਕ ਮਜ਼ਾਕ ਦੀ ਗੱਲ ਮੈਨੂੰ ਯਾਦ ਆ ਗਈ, ਤੁਹਾਨੂੰ ਵੀ ਅੱਛੀ ਲੱਗੇਗੀ। ਉਹ ਬੰਦਰ ਨੇ ਇੱਕ ਵਾਰੀ ਕੰਪਲੇਂਟ ਕੀਤੀ ਜੀ, ਸ਼ੇਰ ਇੰਨੇ ਟਾਈਮ ਤੋਂ ਜੰਗਲ ਦਾ ਰਾਜਾ ਹੈਗਾ, ਬਿਨਾਂ ਇਲੈਕਸ਼ਨ ਦੇ ਕੀ ਤਰੀਕਾ ਹੋਇਆ। ਤੇ ਚਲੋ ਜਿੱਥੇ ਵੀ ਗਏ ਕੰਪਲੇਂਟ ਹੋਈ, ਉਹਨਾਂ ਨੇ ਕਿਹਾ ਇਲੈਕਸ਼ਨ ਕਰਾਣੇ, ਕਿਸੇ ਤਰ੍ਹਾਂ ਬੰਦਰ ਨੇ ਮੈਨੂਪਲੇਟ ਕੀਤਾ ਤੇ ਉਹ ਇਲੈਕਸ਼ਨ ਬੰਦਰ ਜਿੱਤ ਗਿਆ। ਉਹਨਾਂ ਨੇ ਕਿਹਾ ਜੀ ਹੁਣ ਬੰਦਰ ਰਾਜਾ ਬਣ ਗਿਆ, ਬੰਦਰ ਨੂੰ ਰਾਜਾ ਬਣਾਤਾ। ਅਗਲੇ ਦਿਨ ਬੱਕਰੀ ਸਵੇਰੇ ਸਵੇਰੇ ਆਈ, ਉਹ ਮਹਾਰਾਜ ਜੀ ਸ਼ੇਰ ਮੇਰੇ ਬੱਚੇ ਨੂੰ ਚੁੱਕ ਕੇ ਲੈ ਗਿਆ। ਬੰਦਰ ਦੀ ਜਿਵੇਂ ਆਦਤ ਹੈ, ਬੰਦਰ ਨਾ ਇੱਕ ਜਗ੍ਹਾ ਟਿਕ ਕੇ ਨਹੀਂ ਬੈਠ ਸਕਦਾ, ਉਹ ਇੱਕ ਟਹਿਣੀ ਤੇ ਕਦੀ ਦੂਜੀ ਟਹਿਣੀ ਤੇ ਕਦੀ ਦੂਜੇ ਪੇੜ ਤੇ ਛਲਾਂਗ ਮਾਰੇ ਤੇ ਇੱਧਰ ਉੱਧਰ ਉਹ ਕਰੀ ਜਾਏ। ਤੇ ਉਹਨੇ ਕਿਹਾ ਮਹਾਰਾਜ ਇੰਨੀ ਦੇਰ ਇਸੇ ਉਹ ਮਾਰ ਕੇ ਖਾ ਜਾਏਗਾ, ਤੁਸੀਂ ਕਰਦੇ ਕੀ ਪਏ ਹੋ? ਕਹਿੰਦਾ ਦੇਖ ਮੇਰੀ ਨਸ ਭੱਜ 'ਚ ਕੋਈ ਕਮੀ ਹੈਗੀ ਤੇ ਦੱਸ, ਮੈਂ ਤਾਂ ਨਸ ਸਹੀ ਹੈ। ਹੁਣ ਇਹੋ ਜੀ ਨਸ ਭੱਜ ਕਰਕੇ ਤੇ ਅਸੀਂ ਰਾਜਾ ਨਹੀਂ ਬਣ ਸਕਦੇ। ਪ੍ਰੋਪਰ ਸ਼ੇਰ ਤਾਂ ਇੱਕ ਜਗ੍ਹਾ ਤੇ ਹੀ ਬੈਠਾ ਰਹਿੰਦਾ, ਦੇਖ ਲਓ ਤੁਸੀਂ। ਸ਼ੇਰ ਐਵਰੇਜ 20 ਤੋਂ 22 ਘੰਟੇ ਸੌਂਦਾ ਹੈ। ਉਦੋਂ ਹੀ ਭੱਜਦਾ ਹੈ ਜਦੋਂ ਉਹਨੇ ਕੋਈ ਸ਼ਿਕਾਰ ਕਰਨਾ ਹੁੰਦਾ, ਬਸ। ਉਹ ਵੀ ਮੋਸਟਲੀ ਸ਼ੇਰਨੀ ਸ਼ਿਕਾਰ ਕਰਕੇ ਲਿਆਂਦੀ ਤੇ ਉਹ ਚੁੱਪਚਾਪ ਉੱਠ ਕੇ ਖਾ ਲੈਂਦਾ ਬਸ। ਹਾਂ, ਤੇ ਦੇਖ ਲਓ ਬਈ ਉਦੋਂ ਹੀ ਭੱਜਦਾ ਹੈ ਤੇ ਆਰਾਮ ਕਰਦਾ ਜ਼ਿਆਦਾ। ਹਾਂ, ਜ਼ਿਆਦਾ ਆਰਾਮ ਕਰਦਾ ਲੇਕਿਨ ਦਿਮਾਗ ਨੂੰ ਠੰਡਾ ਰੱਖਦਾ ਆਪਣੇ। ਉਹ ਸਿਰਫ ਗੁੱਸਾ ਉਦੋਂ ਹੀ ਲੈ ਕੇ ਆਂਦਾ ਜਦੋਂ ਉਹਨੂੰ ਗੁੱਸੇ ਦੀ ਲੋੜ ਆ। ਜੋਸ਼ ਗੁੱਸਾ ਨਹੀਂ, ਜੋਸ਼ ਔਰ ਜਨੂਨ ਜਿਹੜਾ ਹੈਗਾ ਨਾ, ਅਸੀਂ ਕਈ ਵਾਰੀ ਗੱਲ ਕਰਦੇ ਹੈਗੇ ਆ ਤੇ ਹੁਣ ਜੇ ਅਸੀਂ ਕੌਨਫੀਡੈਂਸ ਡਿਵੈਲਪ ਕਰਨਾ, ਸਭ ਤੋਂ ਪਹਿਲੇ ਨਾ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਠੀਕ ਕਰਨ ਦੀ ਲੋੜ ਹੈ। ਇੱਕ ਤਾਂ ਦੂਸਰੇ ਕੀ ਕਰ ਰਹੇ ਨੇ ਉਹਨਾਂ ਨਾਲ ਕੰਪੈਰੀਜ਼ਨ ਕਰਨਾ ਛੋੜ ਦਈਏ, ਬਿਲਕੁਲ ਛੱਡ ਦੇਣਾ ਚਾਹੀਦਾ। ਕਿ ਮੈਂ ਉਹ ਕੀ ਕਰਦੀ, ਮੇਰੀ ਤਾਂ ਆਪਣੀ ਆਦਤ ਏਦਾਂ ਦੀ, ਮੈਂ ਕਦੀ ਕੰਪੀਟੀਸ਼ਨ ਕੀਤਾ ਹੀ ਨਹੀਂ। ਕਰਨਾ ਹੀ ਨਹੀਂ ਚਾਹੀਦਾ। ਕੰਪੀਟੀਸ਼ਨ ਨਹੀਂ ਕਰਨਾ, ਕੰਪੈਰੀਜ਼ਨ ਨਹੀਂ ਕਰਨਾ, ਕੰਪਲੇਂਟ ਨਹੀਂ ਕਰਨੀ ਬਈ ਮੇਰੇ ਕੋਲ ਇਹ ਨਹੀਂ ਹੈਗਾ, ਮੇਰੇ ਕੋਲ ਇਸ ਤਰ੍ਹਾਂ ਨਹੀਂ ਹੈਗਾ, ਮੇਰੇ ਕੋਲ ਇਹ ਸੋਰਸਿਸ ਨਹੀਂ ਹੈਗੇ। ਇਹਨਾਂ ਚੀਜ਼ਾਂ ਦੀ ਕੰਪਲੇਂਟ ਕਰਨਾ, ਕ੍ਰਿਟਿਸਿਜ਼ਮ ਕਰਨਾ ਔਰ ਕੰਪੈਰੀਜ਼ਨ, ਇਹ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਕੇ ਨਾ ਦੂਰ ਸੁੱਟ ਦੇਣਾ ਪਹਿਲੇ। ਹਾਂਜੀ ਹਾਂਜੀ, ਇਹਨਾਂ ਨੂੰ ਦੂਰ ਕਰ ਦੇਾਂਗੇ ਤੇ ਫਿਰ ਜਿਹੜਾ ਹੈਗਾ ਨਾ, ਸਾਡਾ ਫੋਕਸ ਜਿਹੜਾ ਹੈਗਾ ਉਹ ਸਾਡੇ ਵਿਜ਼ਨ ਤੇ ਜਾਏਗਾ। ਜੋ ਸਾਡੀ ਸੋਚ ਹੈਗੀ, ਜੋ ਸਾਡੇ ਥਾਟਸ ਹੈਗੇ ਨੇ, ਫਿਰ ਇੰਸਪਾਇਰੇਸ਼ਨ, ਫਿਰ ਸਾਡਾ ਕੌਨਫੀਡੈਂਸ, ਉਹ ਸਾਨੂੰ ਸਾਡੇ ਵਿਜ਼ਨ, ਸਾਡੇ ਗੋਲ ਦੀ ਤਰਫ ਜਿਹੜਾ ਹੈਗਾ ਉਹ ਲੈ ਕੇ ਜਾਂਦਾ ਹੈ। ਜੇ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਛੱਡਦੇ ਤੇ ਅਸੀਂ ਇਹਨਾਂ ਗੱਲਾਂ ਕਰਕੇ ਖੁਦ ਹੀ ਆਪਣੇ ਆਪ ਡਿਪਰੈਸ਼ਨ ਵਿੱਚ ਆ ਜਾਂਦੇ ਹਾਂ। ਖੁਦ ਹੀ ਆਪਣੇ ਅੰਦਰ ਇੱਕ ਐਸਾ ਕੰਪਲੈਕਸ ਡਿਵੈਲਪ ਕਰ ਲੈਂਦੇ ਕਿ ਅਸੀਂ ਬਿਲਕੁਲ ਆਪਣੇ ਆਪ ਨੂੰ ਲੋ ਪ੍ਰੋਫਾਈਲ ਤੇ ਲੈ ਜਾਂਦੇ ਹਾਂ ਕਿ ਇਹ ਨਹੀਂ ਪੋਸੀਬਲ। ਜਦ ਦੂਸਰੇ ਲੋਕ ਕਰ ਰਹੇ ਨੇ, ਦੂਸਰੇ ਲੋਕ ਉਸ ਲੈਵਲ ਨੂੰ ਅਚੀਵ ਕਰ ਰਹੇ ਨੇ, ਤੇ ਅਸੀਂ ਕਿਉਂ ਨਹੀਂ ਕਰ ਸਕਦੇ? ਸਾਨੂੰ ਸਿਰਫ ਇੱਕ ਪੁਆਇੰਟ ਇਹ ਰੱਖਣ ਦੀ ਲੋੜ ਹੈ, ਅਸੀਂ ਕੀ ਸੋਚਦੇ ਹਾਂ, ਜਦ ਦੂਸਰੇ ਕਰ ਰਹੇ ਨੇ ਤਾਂ ਠੀਕ ਹੈ, ਕਰ ਰਹੇ ਨੇ, ਸਾਨੂੰ ਕਰਨ ਦੀ ਕੀ ਲੋੜ ਹੈ? ਜੇ ਅਸੀਂ ਇਹ ਐਟੀਟਿਊਡ ਰੱਖਾਂਗੇ, ਜਾਂ ਕੁਝ ਲੋਕਾਂ ਦਾ ਇਹ ਹੁੰਦਾ ਹੈ, ਕੁਝ ਲੋਕ ਹੁੰਦੇ ਆ ਕਿ ਅਗਲੇ ਉਹ ਕਰ ਰਹੇ ਆ ਤਾਂ ਕਰ ਕਿਉਂ ਰਹੇ ਆ ਨਾ। ਹਾਂ, ਉਹ ਵੀ ਹੈ। ਤੇ ਕੁਝ ਬੰਦਿਆਂ ਦਾ ਇਹ ਹੁੰਦਾ ਹੈ ਕਿ ਕੰਮ ਬਸ ਇਸ ਤਰੀਕੇ ਨਾਲ ਕਰੋ ਕਿ ਮੁੜ ਕੇ ਕੋਈ ਦੁਬਾਰਾ ਕਹੇ ਨਾ, ਅਗਲਾ ਹੱਥ ਜੋੜ ਦੇ, ਨਹੀਂ ਯਾਰ ਤੂੰ ਰਹਿਣ ਦੇ, ਮੈਂ ਆਪੇ ਕਰ ਲਾਂਗਾ। ਏਦਾਂ ਦੇ ਦੋ, ਏਦਾਂ ਦੇ ਵੀ ਬੜੇ ਬੰਦੇ ਏਦਾਂ ਦੇ ਜ਼ਿਆਦਾ ਅੱਜ ਕੱਲ, ਏਦਾਂ ਦੇ ਜ਼ਿਆਦਾ ਹੈ। ਹਾਂ ਵੀ ਇੱਕ ਵਾਰੀ ਕੀਤਾ ਤੇ ਉਹਦੇ ਬਾਅਦ ਬਸ ਉਹ ਇਸ ਤਰ੍ਹਾਂ ਦੇ ਤਰੀਕੇ ਨਾਲ ਕਰਨਗੇ ਜਾਂ ਇੰਨਾ ਖਰਾਬ ਕਰ ਦੇਣਗੇ ਬੰਦਾ ਦੁਬਾਰਾ। ਤੇ ਵੀ ਉਹਦੇ ਨਾਲ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ, ਅਸੀਂ ਇਨਡਾਇਰੈਕਟਲੀ ਆਪਣਾ ਨੁਕਸਾਨ ਕਰਦੇ, ਆਪਣਾ ਹੀ ਹੋ ਰਿਹਾ। ਸਭ ਤੋਂ ਵੱਡੀ ਗੱਲ ਹੈ, ਅਸੀਂ ਕਿਸੇ ਦੇ ਅੱਗੇ ਝੂਠ ਬੋਲੀਏ, ਕਿਸੇ ਨੂੰ ਧੋਖਾ ਦੇਈਏ, ਉਹ ਸ਼ਾਇਦ ਇੰਨਾ ਨੁਕਸਾਨ ਨਹੀਂ ਕਰਦਾ। ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਤਾਂ ਹੁੰਦਾ ਜਦੋਂ ਅਸੀਂ ਆਪਣੇ ਆਪ ਨਾਲ ਝੂਠ ਬੋਲਦੇ ਹਾਂ, ਆਪਣੇ ਆਪ ਨੂੰ ਧੋਖਾ ਦਿੰਦੇ ਹਾਂ, ਆਪਣੇ ਆਪ ਦੀ ਜਿਹੜੀ ਸੱਚਾਈ ਉਸ ਨੂੰ ਐਕਸੈਪਟ ਨਹੀਂ ਕਰਦੇ ਹੈਗੇ। ਉਹ ਜਿਹੜਾ ਧੋਖਾ ਹੈ ਉਹ ਸਾਰੀ ਉਮਰ ਸਾਨੂੰ ਨੁਕਸਾਨ ਕਰਦਾ ਹੈ, ਸਾਨੂੰ ਨਹੀਂ ਉੱਠਣ ਦਿੰਦਾ ਹੈਗਾ। ਉਹ ਸਾਡੇ ਕੌਨਫੀਡੈਂਸ ਨੂੰ ਕਦੀ ਵੀ ਮਤਲਬ ਕਿ ਡਿਵੈਲਪ ਨਹੀਂ ਹੋਣ ਦਿੰਦਾ ਹੈਗਾ। ਇਹਦੇ ਲਈ ਮੈਂ
ਛੋਟੀ ਜਿਹੀ ਟਿਪ ਗ੍ਰਾਫੋਲੋਜੀ ਦੀ ਵੀ ਸ਼ੇਅਰ ਕਰ ਦਿਆਂਗਾ ਵੀ ਟੀ ਜਿਵੇਂ ਅਸੀਂ ਲਿਖਦੇ ਹਾਂ ਸਮਾਲ ਟੀ, ਇੱਕ ਜਿਵੇਂ ਸਟੈਂਡਿੰਗ ਲਾਈਨ ਹੁੰਦੀ ਹੈਗੀ ਟੀ ਦੀ, ਔਰ ਉਹਦੇ ਉੱਤੇ ਜਿਹੜੀ ਕ੍ਰਾਸ ਬਾਰ ਹੈ ਉਹਨੂੰ ਬਹੁਤ ਨੀਵਾਂ ਕਰਕੇ ਨੀਚੇ ਕਰਕੇ ਨਾ ਲਿਖੋ। ਜਿਹੜੇ ਦੂਸਰੇ ਅਲਫਾਬੈਟ ਨੇ ਉਸ ਤੋਂ ਕਾਫੀ ਥੋੜਾ ਜਿਹਾ ਉੱਪਰ ਕਰਕੇ ਜੇ ਅਸੀਂ ਉਹਨੂੰ ਲਿਖਦੇ ਹਾਂ ਔਰ ਉਸ ਨੂੰ ਸਲਾਈਟਲੀ ਅਪਵਰਡਸ ਕਰਕੇ ਲਿਖਦੇ ਹਾਂ ਤਾਂ ਸਿਰਫ ਟੀ ਦੀ ਪ੍ਰੈਕਟਿਸ ਨਾਲ ਸਾਡਾ ਕੌਨਫੀਡੈਂਸ ਜਿਹੜਾ ਸਾਡਾ ਮਾਈਂਡ ਸੈਟ ਇਸ ਤਰ੍ਹਾਂ ਬਣਦਾ ਹੈ। ਟੇਢੀ ਮਾਰਨੀ ਹੈ ਲਾਈਨ ਉੱਪਰ ਨੂੰ ਥੋੜੀ ਜਿਹੀ, ਹਾਂਜੀ, ਸਲਾਈਟਲੀ ਜਰਾ ਜਿਹਾ ਐਂਗਲ ਦੇ ਕੇ ਨਾ ਉੱਪਰ ਵੱਲ ਨੂੰ, ਉਹਦੇ ਨਾਲ ਕੀ ਕਿ ਸਾਡੇ ਮਾਈਂਡ ਵਿੱਚ ਇੱਕ ਆਟੋਮੈਟਿਕਲੀ ਮੈਸੇਜ ਆਉਣਾ ਸ਼ੁਰੂ ਹੁੰਦਾ ਹੈਗਾ ਕਿ ਮੈਂ ਬਾਕੀ ਨਾਲੋਂ ਉੱਪਰ ਉੱਠ ਕੇ ਕੁਝ ਕਰਨਾ ਹੈ, ਮੈਂ ਬਾਕੀ ਨਾਲੋਂ ਜਲਦੀ ਅੱਗੇ ਜਾਣਾ ਹੈ, ਮੈਂ ਜਲਦੀ ਅੱਗੇ ਵਧਣਾ ਹੈਗਾ। ਉਹਦੇ ਨਾਲ ਇਹ ਜਿਹੜੇ ਕੌਨਫੀਡੈਂਸ ਦੇ ਬੀਜ ਹੈਗੇ ਨੇ ਇਹ ਸਾਡੇ ਦਿਮਾਗ ਵਿੱਚ, ਦਿਲ ਵਿੱਚ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ, ਫੁੱਟਣੇ ਸ਼ੁਰੂ ਹੋ ਜਾਂਦੇ ਨੇ, ਔਰ ਉਹਦਾ ਫਿਰ ਸਾਨੂੰ ਫਲ ਜਿਹੜਾ ਹੈਗਾ ਉਹ ਮਿਲਣਾ ਸ਼ੁਰੂ ਹੋ ਜਾਂਦਾ ਹੈ। ਕੌਨਫੀਡੈਂਸ ਹੋਏਗਾ, ਸਾਹਮਣੇ ਵਾਲੇ ਨਾਲ ਅਸੀਂ ਗੱਲਬਾਤ ਖੁੱਲ ਕੇ ਕਰ ਲੈਂਦੇ ਹਾਂ। ਜਿਨ੍ਹਾਂ 'ਚ ਕੌਨਫੀਡੈਂਸ ਦੀ ਕਮੀ ਹੁੰਦੀ ਹੈ ਉਹ ਵਿਚਾਰੇ ਵੇਟ ਹੀ ਕਰਦੇ ਰਹਿੰਦੇ ਨੇ ਕਿ ਸਾਹਮਣੇ ਕੋਈ ਆਏ, ਹੈਲੋ ਕਰੇਗਾ, ਵੀ ਕਿਤੇ ਮੈਂ ਕੁਝ ਪੁੱਛ ਲਾਂਗਾ ਤੇ ਪਤਾ ਨਹੀਂ ਮਾਈਂਡ ਨਾ ਕਰ ਜਾਏ, ਉਹ ਵੀ ਸੋਚਦੇ ਰਹਿ ਜਾਂਦੇ। ਹਾਂਜੀ, ਵੀ ਜੇ ਕੋਈ ਦੱਸੇਗਾ ਤਾਂ ਠੀਕ ਹੈ, ਜੇ ਕੋਈ ਨਹੀਂ ਦੱਸੇਗਾ, ਨਹੀਂ ਗਾਈਡ ਕਰੇਗਾ, ਨਹੀਂ ਕੋਈ ਚੰਗੀ ਗੱਲ ਕਰੇਗਾ ਤਾਂ ਕੋਈ ਗੱਲ ਨਹੀਂ, ਨਾ ਤੇ ਹੈ ਹੀ ਇਹ, ਕਮ ਸੇ ਕਮ ਇੱਕ ਵਾਰੀ ਪੁੱਛਣ ਵਿੱਚ ਕੀ ਹੈ, ਜੇ ਕੋਈ ਪੁੱਛ ਕੇ ਦੇਖ ਤੇ ਲਓ। ਹੁਣ ਜਿਵੇਂ ਅਸੀਂ ਇੱਥੋਂ ਦੀ ਉੱਥੇ ਗਏ ਜਾਂ ਕੈਨੇਡਾ ਤੋਂ ਕੋਈ ਇੰਡੀਆ ਆਉਂਦਾ ਹੈ, ਉਹਨੇ ਇੱਥੇ ਕਿਧਰੇ ਜਾਣਾ ਹੈ ਜਾਂ ਕੋਈ ਸ਼ਾਪਿੰਗ ਕਰਨੀ ਹੈ ਜਾਂ ਕਿਸੇ ਚੀਜ਼ ਦੇ ਬਾਰੇ ਪਤਾ ਕਰਨਾ ਹੈ, ਤੇ ਜੇ ਉਹਨੂੰ ਨਹੀਂ ਪਤਾ ਤੇ ਕਿਸੇ ਨੂੰ ਪੁੱਛਣ ਵਿੱਚ ਕੋਈ ਨੁਕਸਾਨ ਨਹੀਂ ਨਾ ਹੈਗਾ। ਲੇਕਿਨ ਕਈਆਂ 'ਚ ਇੰਨਾ ਕੌਨਫੀਡੈਂਸ ਵੀ ਨਹੀਂ ਹੁੰਦਾ, ਏਅਰਪੋਰਟ ਤੇ ਘੰਟਾ ਖੜੇ ਰਹਿਣਗੇ ਇੱਕ ਜਗ੍ਹਾ ਤੇ, ਲੇਕਿਨ ਹਿੰਮਤ ਨਹੀਂ ਹੁੰਦੀ ਕਿ ਕਿਸੇ ਆਫਿਸਰ ਨੂੰ ਪੁੱਛ ਲੈਣ ਕਿ ਵੀ ਮੈਨੂੰ ਇਹ ਪ੍ਰੋਬਲਮ ਹੈਗੀ, ਮੈਂ ਕੀ ਕਰਾਂ, ਕਿੱਦਾਂ ਜਾ ਕਰਾਂ, ਮਤਲਬ ਕਿ ਤੇ ਇਹ ਜਿਹੜਾ ਹੈਗਾ। ਦੂਸਰਾ ਇੱਕ ਚੀਜ਼ ਮੈਂ ਹਮੇਸ਼ਾ ਕਹਿਣਾ ਕਿ ਆਪਣੇ ਆਪ ਨੂੰ ਸਵਾਲ ਕਰੋ। ਕੋਈ ਵੀ ਕੰਮ ਹੈਗਾ, ਕੋਈ ਵੀ ਪ੍ਰੋਜੈਕਟ ਅਸੀਂ ਹੈਂਡਲ ਕਰ ਰਹੇ ਹਾਂ, ਕੋਈ ਅਸਾਈਨਮੈਂਟ ਹੈਗੀ, ਕੋਈ ਸਾਡੇ ਬਿਜ਼ਨਸ ਦੀ ਪ੍ਰੋਬਲਮ ਹੈਗੀ, ਕੋਈ ਲਾਈਫ ਦਾ ਚੈਲੰਜ ਹੈਗਾ। ਜਿਵੇਂ ਅੱਜ ਅਸੀਂ ਹੁਣ ਇਹ ਪ੍ਰੋਗਰਾਮ ਸ਼ੁਰੂ ਕੀਤਾ ਤੇ ਜਿਵੇਂ ਸਾਡੀ ਉਹ ਰਿਕਾਰਡਿੰਗ ਨਹੀਂ ਆਨ ਹੋ ਰਹੀ ਸੀ, ਤੇ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਵੀ ਕਿਉਂ ਨਹੀਂ ਹੋ ਰਹੀ, ਕਿੱਥੇ ਦਿੱਕਤ ਕਿੱਥੇ ਹੈਗੀ। ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੈ ਤੇ ਕਿੱਦਾਂ ਹੋ ਸਕਦਾ ਹੈ। ਜਿੰਨੇ ਅਸੀਂ ਆਪਣੇ ਆਪ ਨੂੰ ਸਵਾਲ ਪੁੱਛਾਂਗੇ ਉਨੇ ਸਾਡੇ ਕੋਲ ਸੋਲੂਸ਼ਨਸ ਆਣਗੇ ਉਹਦੇ। ਬਿਲਕੁਲ, ਜੇ ਅਸੀਂ ਪਹਿਲੇ ਸਵਾਲ ਤੇ ਹੀ ਰੁਕ ਜਾਵਾਂਗੇ ਫਿਰ ਸਾਨੂੰ ਕਦੀ ਵੀ ਜਿਹੜਾ ਹੈਗਾ ਉਹਦਾ ਸੋਲੂਸ਼ਨ ਨਹੀਂ ਮਿਲੇਗਾ। ਠੀਕ ਹੈਗਾ। ਤੇ ਉਹਦੇ ਬਾਅਦ ਜਿਹੜਾ ਇਹ ਕੰਮ ਕਰਨਾ ਹੈ, ਕੌਨਫੀਡੈਂਸ ਕੰਮ, ਅਸੀਂ ਐਕਸ਼ਨ ਤੋਂ ਗੱਲ ਸ਼ੁਰੂ ਕੀਤੀ ਸੀ, ਲੇਕਿਨ ਐਕਸ਼ਨ ਸ਼ੁਰੂ ਕਰਨ ਦੇ ਨਾਲ ਨਾਲ ਉਹਦੀ ਡੈਡਲਾਈਨ ਵੀ ਮੇਨਟੇਨ ਕਰਨ ਦੀ ਲੋੜ ਹੈਗੀ ਕਿ ਇਹ ਕੰਮ ਸ਼ੁਰੂ ਕੀਤਾ ਹੈ, ਮੈਂ 15 ਦਿਨ 'ਚ ਕੰਪਲੀਟ ਕਰਨਾ, ਮੈਂ ਇੱਕ ਹਫ਼ਤੇ 'ਚ ਕੰਪਲੀਟ ਕਰਨਾ ਹੈ, ਜਾਂ ਮੇਰਾ 3 ਮਹੀਨੇ ਦਾ ਪ੍ਰੋਜੈਕਟ ਹੈ, ਉਸ ਤੋਂ ਮੈਂ ਹਫ਼ਤਾ ਪਹਿਲੇ ਕੋਸ਼ਿਸ਼ ਕਰਨੀ ਹੈ, 10 ਦਿਨ ਪਹਿਲੇ ਕੋਸ਼ਿਸ਼ ਕਰਨੀ ਹੈ ਇਸ ਨੂੰ ਕੰਪਲੀਟ ਕਰਨ ਦੀ। ਜਿਸ ਵਕਤ ਸਾਡਾ ਕੰਮ ਟਾਈਮ ਸਿਰ ਕੰਪਲੀਟ ਨਹੀਂ ਹੁੰਦਾ, ਜਿਸ ਵਕਤ ਅਸੀਂ ਟਾਈਮ ਸ਼ਡਿਊਲ ਨੂੰ ਮੇਨਟੇਨ ਨਹੀਂ ਕਰ ਪਾਉਂਦੇ, ਉਸ ਟਾਈਮ ਸਾਡੇ ਅੰਦਰ ਇਰੀਟੇਸ਼ਨ, ਫਰਸਟ੍ਰੇਸ਼ਨ, ਟੈਨਸ਼ਨ, ਇਹ ਬਿਮਾਰੀਆਂ ਖਾਮ ਖਾਦੀਆਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ। ਜਿਸ ਵਕਤ ਇਹ ਚੀਜ਼ਾਂ ਆਉਂਦੀਆਂ ਨੇ ਸਾਡਾ ਕੌਨਫੀਡੈਂਸ ਸ਼ੇਕ ਕਰ ਜਾਂਦਾ ਹੈ। ਫਿਰ ਅਸੀਂ ਸੈਕੰਡ ਟਾਈਮ ਹਿੰਮਤ ਨਹੀਂ ਕਰਦੇ ਹੈਗੇ ਕਿ ਇਹ ਹੁਣ ਨਹੀਂ ਕਰਨਾ, ਮੈਂ ਪਹਿਲੇ ਫੇਲ ਹੋ ਗਿਆ ਸੀ ਇੱਕ ਵਾਰੀ, ਹੁਣ ਨਹੀਂ ਕਰਨਾ। ਠੀਕ ਹੈ, ਇੱਕ ਵਾਰੀ ਨਹੀਂ, ਤੁਸੀਂ ਮੈਂ ਨਾ 1000 ਵਾਰੀ ਫੇਲ ਹੋਵੋ ਕੋਈ ਗੱਲ ਨਹੀਂ, ਕਮ ਸੇ ਕਮ 1000 ਵਾਰੀ ਇਹ ਪਤਾ ਲੱਗ ਗਿਆ ਕਿ 1000 ਤਰੀਕੇ ਨਾਲ ਇਹ ਕੰਮ ਨਹੀਂ ਹੋ ਸਕਦਾ, ਹੁਣ ਮੈਂ ਇਸ ਤਰੀਕੇ ਨਾਲ ਕਰਾਂਗਾ ਤਾਂ ਹੁਣ ਹੋ ਜਾਏਗਾ। ਸਿੱਖਣ ਨੂੰ ਤਾਂ ਕੁਝ ਮਿਲਦਾ ਹੀ ਆ ਹਰ ਵਾਰੀ। ਮਤਲਬ ਕਿ ਹੁਣ ਬਹੁਤ ਸਾਰੇ KFC ਦੇ ਜਿਹੜਾ ਐਗਜ਼ਾਮਪਲ ਹੈਗਾ, ਅੱਜ KFC ਪੂਰੇ ਵਰਲਡ ਦੇ ਹਰ 에ਅਰਪੋਰਟ, ਹਰ ਸਿਟੀ, ਹਰ ਮਾਰਕੀਟ ਦੇ ਵਿੱਚ KFC ਦੇ ਆਊਟਲੈਟ। ਉਹਨਾਂ ਨੇ ਜਦੋਂ ਫਸਟ ਟਾਈਮ 60 ਈਅਰ ਪਲੱਸ ਹੈਗੇ ਸੀ ਏਜ, ਉਹਦੇ ਜਿਹੜੇ ਮਾਲਿਕ ਸੀ, ਉਹਨਾਂ ਦੇ ਮੋਰ ਦੈਨ 1000 ਸੈਂਪਲ ਰਿਜੈਕਟ ਹੋਏ ਸੀ। ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਨੇ ਬਣਾਇਆ ਉਹ ਸੈਂਪਲ ਫਾਈਨਲੀ ਅਪਰੂਵ ਹੋਇਆ, ਔਰ ਅੱਜ ਪੂਰੇ ਵਰਲਡ ਦੇ ਵਿੱਚ KFC ਦਾ ਨਾਮ ਹੈ। ਤੇ ਇਹ ਜਿਹੜੀਆਂ ਛੋਟੇ ਛੋਟੇ ਐਗਜ਼ਾਮਪਲ ਹੈਗੇ ਨੇ ਲਾਈਫ ਦੇ, ਇਹਨਾਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਇਹਨਾਂ ਨੂੰ ਯਾਦ ਰੱਖਾਂਗੇ ਤੇ ਕੌਨਫੀਡੈਂਸ ਜਿਹੜਾ ਆਟੋਮੈਟਿਕਲੀ ਬਣਿਆ ਰਹਿੰਦਾ ਹੈ। ਇੱਕ ਦਿਨ ਅਸੀਂ ਕੰਮ ਕਰ ਲਿਆ, ਚੰਗੇ ਤਰੀਕੇ ਨਾਲ ਕਰ ਲਿਆ, ਲੇਕਿਨ ਦੂਜੀ ਵਾਰੀ ਜੇ ਕੌਨਫੀਡੈਂਸ ਨਹੀਂ, ਫਿਰ ਅਸੀਂ ਦੂਜਾ ਸਟੈਪ ਨਹੀਂ ਚੱਲ ਪਾਵਾਂਗੇ, ਦੂਸਰਾ ਨਹੀਂ ਅਚੀਵ ਕਰ ਪਾਵਾਂਗੇ। ਤੇ ਇਸ ਕਰਕੇ ਲਗਾਤਾਰ ਇਹ ਚੀਜ਼ ਨੂੰ ਕਰਨ ਲਈ ਰੈਗੂਲਰ ਪ੍ਰੈਕਟਿਸ ਦੀ ਲੋੜ ਹੈਗੀ, ਰੈਗੂਲਰ ਐਕਸ਼ਨ ਦੀ ਲੋੜ ਹੈਗੀ,
ਰੈਗੂਲਰ ਜਿੰਨੇ ਮੈਂ ਪੁਆਇੰਟ ਡਿਸਕਸ ਕੀਤੇ ਨੇ ਇਹਨਾਂ ਨੂੰ ਮਾਈਂਡ ਵਿੱਚ ਰੱਖ ਕੇ ਫੋਲੋ ਕਰਨ ਦੀ ਲੋੜ ਹੈਗੀ। ਹੁਣ ਅਸੀਂ ਕੋਸ਼ਿਸ਼ ਕਰਦੇ ਹੈਗੇ ਆ, ਸਕਸੈਸ ਨਹੀਂ ਮਿਲਦੀ, ਅਸੀਂ ਕਹਿੰਦੇ ਕਿਸਮਤ ਦੀ ਗੱਲ ਹੈ, ਲੇਕਿਨ ਕੋਸ਼ਿਸ਼ ਹੀ ਨਾ ਕਰੀਏ और फिर सक्सेस कंप्लेंट करिए वो तो गलत है। कम से कम कोशिश तो करिए, एक बारी नहीं, दो बारी नहीं, 4 बारी, 5वीं बारी सक्सेस मिल जाएगी। ठीक है ना। ਤੁਸੀਂ ਦੱਸੋ ਤੁਹਾਡਾ ਇਸ ਡਿਸਕਸ਼ਨ ਤੋਂ ਬਾਅਦ ਕੌਨਫੀਡੈਂਸ ਥੋੜਾ ਇੰਪਰੂਵ ਹੋਇਆ ਹੈ? ਬਿਲਕੁਲ ਬਿਲਕੁਲ, ਕਿਉਂਕਿ ਆਪਾਂ ਹੁਣ ਇਹ ਗੱਲ ਕਰ ਰਹੇ ਸੀ ਜਦੋਂ ਆਪਣੀ ਰਿਕਾਰਡਿੰਗ ਆਪਣੀ ਲੱਗ ਨਹੀਂ ਸੀ ਰਹੀ ਤਾਂ ਮੈਂ ਬਾਰ-ਬਾਰ ਟਰਾਈ ਕਰ ਰਹੀ ਸੀ। ਉਹ ਇੱਕ ਐਗਜ਼ਾਮਪਲ ਬੜੀ ਵਧੀਆ ਹੈਗੀ ਹੈ ਕਿ ਦੁਬਾਰਾ ਟਰਾਈ ਕਰਦੇ ਰਹੋ ਤਾਂ ਐਂਡ ਤੇ ਜਾ ਕੇ ਕੁਛ ਤਾਂ ਆਪਾਂ ਨੂੰ ਕੁਛ ਸਿੱਖਾਂਗੇ ਤੇ ਐਂਡ ਤੇ ਕੋਈ ਚੀਜ਼ ਤਾਂ ਹੋਊਗੀ ਜਿਹੜੀ ਠੀਕ ਕਰੂਗੀ ਕਿਸੇ ਚੀਜ਼ ਨੂੰ, ਹਨਾ। ਸੋ ਪਰਸਿਸਟੈਂਸ ਬਹੁਤ ਜ਼ਰੂਰੀ ਆ, ਮੈਨੂੰ ਲੱਗਦਾ ਨਾ ਕਿ ਇਹੀ ਸਿੱਖਣ ਨੂੰ ਮਿਲਿਆ ਕਿ ਲਗਾਤਾਰ ਕੰਮ ਕਰਨਾ ਬਹੁਤ ਜ਼ਰੂਰੀ ਹੈ, ਹਨਾ, ਕਾਮਯਾਬ ਹੋਣ ਲਈ। हाँ, लगातार करना है और कॉन्फिडेंस से नाल करना है। कॉन्फिडेंस ਦੇ ਨਾਲ ਕੰਮ ਕਰਦੇ ਆ ਨਾ ਤੇ ਕਾਮਯਾਬੀ ਜਿਹੜੀ ਹੈ, ਡਰ ਖਤਮ ਹੀ ਤਾਂ ਹੋਏਗਾ ਜਿਸ ਵਕਤ ਅਸੀਂ ਲਗਾਤਾਰ ਬਾਰ-ਬਾਰ ਕਰਦੇ ਹੈਗੇ। ਡਰ ਸਾਨੂੰ ਤਾਂ ਤੱਕ ਹੀ, ਡਰ ਨਾਂ ਦੀ ਚੀਜ਼ ਹੈ ਨਹੀਂ ਕੋਈ ਦੁਨੀਆ, ਉਹ ਅਸੀਂ ਆਪਣੇ ਮਨ ਵਿੱਚ ਹੀ ਹੈਗਾ, ਅਸੀਂ ਆਪਣੀ ਕ੍ਰੀਏਸ਼ਨ ਹੈਗੀ ਹੈ ਸਾਡੀ, ਔਰ ਉਸ ਨੂੰ ਖਤਮ ਵੀ ਅਸੀਂ ਹੀ ਕਰ ਸਕਦੇ ਹੈਗੇ। ਤੇ ਇਹਦੇ ਚ ਲਾਸਟ ਵਿੱਚ ਇੱਕ ਲਾਈਨ ਹੀ ਮੈਂ ਕਹਿ ਸਕਦਾ ਕਿ ਹੁਣ ਬੜੇ ਸਾਰੇ ਲੋਕਾਂ ਨੂੰ ਅੰਧੇਰੇ ਤੋਂ ਡਰ ਲੱਗਦਾ ਹੈ। ਅੰਧੇਰਾ ਇਨ ਸੈਂਸ ਕਿ ਜਿਹੜਾ ਕੰਮ ਸਾਨੂੰ ਨਹੀਂ ਆਉਂਦਾ, ਇੱਕ ਤਾਂ ਰਾਤ ਦਾ ਅੰਧੇਰਾ ਹੈ ਹੀ ਹੈ, ਦੂਸਰਾ ਜਿਹੜਾ ਕੰਮ ਨਹੀਂ ਆਉਂਦਾ ਤੇ ਸਾਨੂੰ ਲੱਗਦਾ ਅਸੀਂ ਡਾਰਕ ਵਿੱਚ ਆ ਗਏ, ਸਾਨੂੰ ਸਮਝ ਨਹੀਂ ਆ ਰਹੀ ਹੁਣ ਕਿੱਦਾਂ ਹੋਏਗਾ। ਇੱਥੋਂ ਹੁਣ ਜੇ ਬੰਦਾ ਕੈਨੇਡਾ ਪਹੁੰਚ ਗਿਆ, ਉੱਥੇ ਜਾ ਕੇ ਜੌਬ ਨਹੀਂ ਮਿਲ ਰਹੀ ਜਾਂ ਘਰ ਦਾ ਰਹਿਣ ਦਾ ਅਰੇਂਜਮੈਂਟ ਨਹੀਂ ਪ੍ਰੋਪਰ ਹੋ ਰਿਹਾ, ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਹੈ, ਤੇ ਉਹ ਇੱਕ ਅੰਧੇਰਾ ਆ ਗਿਆ। ਤੇ ਇਹਦੇ ਲਈ ਇੱਕੋ ਲਾਈਨ ਮੈਂ ਕਹਿਣਾ ਚਾਹਾਂਗਾ ਕਿ ਮਾਨਾ ਕਿ अंधेरा बहुत घना है, माना कि अंधेरा बहुत घना है, लेकिन दिया जलाना कहाँ मना है। ਤੁਸੀਂ ਛੋਟੇ ਜਿਹੇ ਇੱਕ ਕਮਰਾ ਹੈਗਾ 10 ਸਾਲ ਤੋਂ ਬੰਦ ਹੈ, ਉਹਦੇ ਅੰਦਰ ਅੰਧੇਰਾ ਹੈਗਾ, ਤੇ ਉਹਨੂੰ ਰੋਸ਼ਨ ਕਰਨ ਲਈ 10 ਸਾਲ ਥੋੜਾ ਚਾਹੀਦੇ ਨੇ ਸਾਨੂੰ। ਬਿਜਲੀ ਦਾ ਸੁੱਚ ਹੈਗਾ ਤੇ ਉਹਨੂੰ ਔਨ ਕਰੋ, 1 ਸੈਕਿੰਡ ਵਿੱਚ ਲਾਈਟ ਆ ਜਾਏਗੀ। ਉਹ ਨਹੀਂ ਹੈਗਾ ਕੈਂਡਲ ਔਨ ਕਰੋ 1 ਸੈਕਿੰਡ ਵਿੱਚ ਪੂਰੇ ਕਮਰੇ 'ਚ ਉਜਾਲਾ ਫੈਲ ਜਾਏਗਾ। 10 ਸਾਲ ਪੁਰਾਣੀ ਜੇ ਪ੍ਰੋਬਲਮ ਵੀ ਹੈਗੀ ਤਾਂ ਉਹ 1 ਸੈਕਿੰਡ ਵਿੱਚ ਖਤਮ ਹੋ ਸਕਦੀ ਹੈਗੀ। ਠੀਕ ਹੈ, ਬਿਲਕੁਲ। ਤੇ ਮੇਰੇ ਖਿਆਲ ਉਮੀਦ ਹੈ ਕਿ ਅੱਜ ਦੇ ਸਾਡੇ ਇਸ ਐਪੀਸੋਡ ਤੋਂ ਸਾਡੇ ਬਹੁਤ ਸਾਰੇ ਲੋਕਾਂ ਨੂੰ ਜ਼ਰੂਰ ਉਹਦਾ ਨਾ ਕਿ ਉਹਨਾਂ ਦੀ ਜ਼ਿੰਦਗੀ 'ਚ ਵੀ ਮਤਲਬ ਕਿ ਅੰਧੇਰਾ ਖਤਮ ਹੋਏਗਾ, ਰੋਸ਼ਨੀ ਚਾਨਣ ਆਏਗਾ, ਔਰ ਉਹਨਾਂ ਦਾ ਕੌਨਫੀਡੈਂਸ ਜਿਹੜਾ ਹੈਗਾ ਉਹ ਬੂਸਟ ਹੋਏਗਾ। ਹੁਣ ਤੁਸੀਂ ਦੱਸੋ ਕਿੱਦਾਂ ਲੱਗਾ? ਬਹੁਤ ਵਧੀਆ ਲੱਗਿਆ। ਕੌਨਫੀਡੈਂਸ ਸਾਡਾ ਪ੍ਰੋਗਰਾਮ ਦੇਖ ਕੇ ਜ਼ਰੂਰ ਬਿਲਟ ਅਪ ਹੋਣਾ ਚਾਹੀਦਾ, ਹਨਾ। ਤੇ ਇੰਸਪੀਰੇਸ਼ਨ ਤਾਂ ਅਸੀਂ ਦੱਸ ਹੀ ਰਹੇ ਸੀ ਕਿ ਤੁਸੀਂ ਇੰਸਪੀਰੇਸ਼ਨਲ ਬੁੱਕਸ ਪੜ੍ਹੋ, ਜੋਲੀ ਅੰਕਲ ਦੀਆਂ ਬੁੱਕਸ ਪੜ੍ਹੋ ਤਾਂ ਇੰਸਪੀਰੇਸ਼ਨ ਆਊਗੀ। ਪਰ ਕੌਨਫੀਡੈਂਸ ਕਿੱਦਾਂ ਬਿਲਟ ਅਪ ਕਰਨਾ ਉਹ ਵੀ ਅੱਜ ਦੱਸਤਾ ਉਹਨਾਂ ਨੇ ਕਿ ਡਰ ਖਤਮ ਕਰੋ ਆਪਣੇ ਸਾਰੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਨੀ ਹੈ ਡਰ ਤੋਂ ਅਸੀਂ, ਹਨਾ। ਛੋਟਾ ਜਿਹਾ ਵੀ ਕੋਈ ਡਰ ਆ ਬਸ ਅੰਦਰੋਂ ਨਿਕਾਲ ਦਿਓ ਆਪਣਾ ਡਰ ਤੇ ਚਲਦੇ ਜਾਓ ਤੇ ਰੁਕਣਾ ਨਹੀਂ ਹੈਗਾ ਬਸ। ਫਿਰ ਮੈਂ ਇਸ ਟੌਪਿਕ ਤੇ ਬਹੁਤ ਸਾਰੀਆਂ ਵੀਡੀਓ ਬਣਾਈਆਂ, ਮੇਰੇ ਚੈਨਲ ਤੁਸੀਂ ਵੀ ਕਈ ਵਾਰੀ ਦੱਸਦੇ ਹੋ, ਜੋਲੀ ਅੰਕਲ ਦੇ ਨਾਮ ਤੇ ਤਕਰੀਬਨ 350 ਵੀਡੀਓਜ਼ ਨੇ, ਔਰ ਮੈਂ ਇਹਨਾਂ ਟੌਪਿਕਸ ਨੂੰ ਲੈ ਕੇ ਬਹੁਤ ਸਾਰੀਆਂ ਮਤਲਬ ਕਿ ਚੀਜ਼ਾਂ ਡਿਸਕਸ ਕੀਤੀਆਂ ਅਲੱਗ-ਅਲੱਗ ਪਲੇਟਫਾਰਮਸ ਦੇ ਉੱਤੇ। ਤੇ ਸਾਡੇ ਦੋਸਤ ਸਾਡੇ ਜਿਹੜੇ ਚੈਨਲ ਦੇਖਣ ਵਾਲੇ ਨੇ ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਉਸ ਨੂੰ ਤੁਸੀਂ ਦੇਖ ਸਕਦੇ ਹੈਗੇ ਹੋ। ਚੰਗਾ ਲੱਗੇ ਤੇ ਸਬਸਕ੍ਰਾਈਬ ਕਰ ਦੇਣਾ, ਨਾ ਲੱਗੇ ਤੇ ਕੋਈ ਗੱਲ ਨਹੀਂ। ਬਾਕੀ ਫਿਰ ਇੱਧਰ ਹੈਗਾ 5 ਦਰਿਆ ਤੇ ਵੀ ਆਈ ਜਾਂਦੇ ਆ ਵੀਕ ਚ। ਬਿਲਕੁਲ 5 ਦਰਿਆ ਤੇ ਜ਼ਿੰਦਾਬਾਦ ਹੈ ਜੀ, 5 ਦਰਿਆ ਤੇ ਥੈਂਕ ਯੂ ਤੁਹਾਡਾ, ਤੁਸੀਂ ਬਹੁਤ ਆਪਣਾ ਕੀਮਤੀ ਟਾਈਮ ਤੇ ਕੀਮਤੀ ਗੱਲਾਂ ਸਾਨੂੰ ਸਿਖਾਉਂਦੇ ਸਾਰਿਆਂ ਨੂੰ। ਮੈਂ ਖੁਦ ਵੀ ਬਹੁਤ ਸਿੱਖਦੀ ਹਾਂ ਤੇ ਕਾਫੀ ਇੰਸਪੀਰੇਸ਼ਨਲ ਬੁੱਕਸ ਵੀ ਪੜ੍ਹੀਆਂ ਤੁਹਾਡੀਆਂ, ਜਿਹੜੀਆਂ ਤੁਸੀਂ ਮੈਨੂੰ ਦਿੱਤੀਆਂ ਵੀ ਸੀਗੀਆਂ, ਤੇ ਬਾਕੀ ਵੀ ਪੜਾਂਗੇ ਆਪਾਂ। ਬਾਕੀ ਜਿੰਨੀਆਂ ਰਹਿੰਦੀਆਂ ਅਜੇ ਤਾਂ ਬਹੁਤ ਪਈਆਂ ਬੁੱਕਸ, ਅਜੇ ਮੈਂ ਦੋ ਆਈਆਂ ਮੇਰੇ ਕੋਲ, ਬਾਕੀ ਤੁਹਾਡੇ ਕਿੰਨੀਆਂ ਪਈਆਂ ਅਜੇ? ਨਹੀਂ, ਹੁਣ ਮੈਂ ਨੈਕਸਟ ਟਾਈਮ ਆਵਾਂਗਾ ਨਾ ਪੂਰਾ ਆਪਣਾ ਇੱਕ ਸੈੱਟ ਤੁਹਾਡੇ ਲਈ ਲੈ ਕੇ ਆਵਾਂਗਾ। ਠੀਕ ਹੈ, ਚਲੋ ਥੈਂਕ ਯੂ ਵੈਰੀ ਮਚ। ਫਿਰ ਅਗਲੇ ਵੀਕ ਆਪਾਂ ਮਿਲਦੇ ਹਾਂ ਨਾ, ਅਗਲੇ ਰਿਕਾਰਡਿੰਗ ਤੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ।
ਸੋ ਚੱਜ ਦੀਆਂ ਗੱਲਾਂ ਵਿੱਚ ਅੱਜ ਕਾਫੀ ਡਿਸਕਸ਼ਨ ਹੋਈ, ਕੌਨਫੀਡੈਂਸ ਬਿਲਟ ਅਪ ਕਿੱਦਾਂ ਕਰਨਾ, ਕਿੱਦਾਂ ਆਪਣਾ ਡਰ ਖਤਮ ਕਰਨਾ। ਤਾਂ ਜੋਲੀ ਅੰਕਲ ਨੇ ਬਹੁਤ ਸਾਰੀਆਂ ਚੱਜ ਦੀਆਂ ਗੱਲਾਂ ਸਾਨੂੰ ਦੱਸੀਆਂ ਤੇ ਆਈ ਹੋਪ ਤੁਸੀਂ ਸਾਰੇ ਫੋਲੋ ਕਰੋਗੇ ਤੇ ਉਹਨਾਂ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਸਾਡਾ ਵੀ ਕਰ ਲਓ ਪੰਜ ਦਰਿਆ। ਤੇ ਚੰਗੀਆਂ ਗੱਲਾਂ ਸਿੱਖੀ ਲੈਣੀਆਂ ਚਾਹੀਦੀਆਂ ਟਾਈਮ ਨਾਲ, ਤਾਂ ਜੋ ਸਭ ਦਾ ਭਲਾ ਹੋਵੇ ਆਪਣੀ ਆਪਣੀ ਲਾਈਫ ਵਿੱਚ। ਤੇ ਅੱਜ ਲਈ ਇੰਨਾ ਹੀ, ਅਗਲੀ ਵਾਰ ਮਿਲਦੇ ਆ ਨਵੀਂ ਗੱਲਬਾਤ ਤੇ ਨਵੀਆਂ ਗੱਲਾਂ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।